ਧੰਨ ਵਾਹਿਗੁਰੂ ਜੀਓ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ। ਜੇ 100 ਵਰਿਆਂ ਜੀਵਣਾ, ਭੀ ਤਨ ਹੋਸੀ ਖੇ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ। ਜੇ 100 ਵਰਿਆਂ ਜੀਵਣਾ, ਭੀ ਤਨ ਹੋਸੀ ਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਸਤਿਗੁਰੂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਿਗੁਰੂ ਦੀ ਪਾਵਨ ਬਾਣੀ ਦੇ ਉਪਦੇਸ਼ ਨਾਲ ਆਪ ਜੀ ਨੇ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕੀਤਾ ਹੈ। ਇਹ ਸੁਭਾਗ ਉੱਤਮ ਸਮਾਂ ਸਤ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਆਪਾਂ ਸਭਨਾਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਹੈ। ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਦੇ ਅੰਦਰ ਬਾਬਾ ਸ਼ੇਖ ਫਰੀਦ ਸਾਹਿਬ ਤਿਨਾਂ ਦੀ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਦੇ ਰਾਹੀਂ ਬਾਬਾ ਜੀ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਇਹ ਉਪਰਾਲਾ ਕਰ ਰਹੇ ਹਾਂ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪ੍ਰਚਾਰ ਦੌਰੇ ਦੌਰਾਨ, ਜਿਸ ਨੂੰ ਆਪਾਂ ਸਤਿਗੁਰਾਂ ਦੀਆਂ ਉਦਾਸੀਆਂ ਦੇ ਨਾਮ ਨਾਲ ਯਾਦ ਕਰਦੇ ਹਾਂ, ਜਿੱਥੇ ਬਾਕੀ ਮਹਾਂਪੁਰਖਾਂ ਦੀ ਬਾਣੀ ਸਤਿਗੁਰਾਂ ਨੇ ਇਕੱਤਰ ਕੀਤੀ, ਉੱਥੇ ਨਾਲ ਹੀ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਵੀ ਉਹਨਾਂ ਦੇ ਉੱਤਰਾਧਿਕਾਰੀ ਸ਼ੇਖ ਬ੍ਰਹਮ ਜੀ ਪਾਸੋਂ ਪਾਕ ਪਟਨ ਤੋਂ ਹਾਸਲ ਕੀਤੀ। ਸੂਫੀਆਂ ਦੇ ਚਿਸ਼ਤੀ ਸਿਲਸਿਲਾ ਸੰਪਰਦਾਇ ਨਾਲ ਸੰਬੰਧਿਤ ਸਨ ਬਾਬਾ ਸ਼ੇਖ ਫਰੀਦ ਸਾਹਿਬ। ਔਰ ਜਿਸ ਵੇਲੇ ਆਪਾਂ ਖਵਾਜਾ ਬਖਤਿਆਰ ਕਾਕੀ, ਜੋ ਚਿਸ਼ਤੀ ਸਿਲਸਿਲੇ ਦੇ ਬਹੁਤ ਵੱਡੇ ਮਹਾਂਪੁਰਖ ਹੋਏ ਨੇ, ਉਹਨਾਂ ਦੇ ਕੋਲੋਂ ਬਾਬਾ ਸ਼ੇਖ ਫਰੀਦ ਸਾਹਿਬ, ਔਰ ਫਿਰ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਹਜ਼ਰਤ ਨਿਜ਼ਾਮੁਦੀਨ ਔਲੀਆ, ਉਹ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਮੁਰੀਦ ਸਨ, ਸੇਵਕ ਸਨ। ਇਸ ਤਰ੍ਹਾਂ ਅੱਗੇ ਤੋਂ ਅੱਗੇ ਚਿਸ਼ਤੀ ਸਿਲਸਿਲੇ ਦੇ ਵਿੱਚ ਇੱਕ ਰਵਾਇਤ ਹੈ, ਇੱਕ ਨਿਯਮ ਹੈ, ਜਿਹੜਾ ਨਾਂ ਮਾਂ-ਬਾਪ ਨੇ ਰੱਖਿਆ ਹੋਵੇ, ਜਿਹੜਾ ਵੀ ਆਪਣਾ ਜੀਵਨ ਇਸ ਸਿਲਸਿਲੇ ਨਾਲ ਸਮਰਪਿਤ ਕਰਕੇ ਇਸ ਦੀ ਦਰਸਾਈ ਹੋਈ ਰਹੁ ਰੀਤ ਮੁਤਾਬਕ ਚੱਲਦਾ ਹੈ, ਉਹ ਪਹਿਲੇ ਨਾਂ ਨੂੰ ਤਬਦੀਲ ਕਰ ਦਿੱਤਾ ਜਾਂਦਾ ਹੈ। ਜਿਵੇਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਸਾਨੂੰ ਨਾਂ ਜੋ ਉਹਨਾਂ ਦਾ ਬਚਪਨ ਤੋਂ ਮਾਂ-ਬਾਪ ਨੇ, ਪਰਿਵਾਰ ਨੇ ਰੱਖਿਆ, ਹਜ਼ਰਤ ਮਸਊਦ, ਪਰ ਨਾਮ ਬਦਲ ਕੇ ਫਰੀਦ ਰੱਖਿਆ ਗਿਆ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਜਿਸ ਵੇਲੇ ਆਪਾਂ ਪੜ੍ਹੀਏ ਤੇ ਫਰੀਦ ਸਾਹਿਬ ਜੀ ਨੇ ਆਪਣੇ ਆਪ ਨੂੰ ਇੱਕ ਵਾਰ ਨਹੀਂ ਬਹੁਤ ਵਾਰ ਸ਼ੇਖ ਕਰਕੇ ਲਿਖਿਆ। ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ,
ਇੱਥੇ ਵੀ ਹੁਣ ਆ ਜਿਹੜਾ ਸ਼ਲੋਕ ਆਪ ਜੀ ਨੇ ਪਾਠ ਰੂਪ ਵਿੱਚ ਸੁਣਿਆ ਹੈ, ਬੁੱਢਾ ਹੋਆ ਸ਼ੇਖ ਫਰੀਦ, ਸੋ ਬਹੁਤ ਵਾਰ ਉਹਨਾਂ ਨੇ ਆਪਣੇ ਨਾਂ ਨਾਲ ਸ਼ੇਖ ਸ਼ਬਦ ਦੀ ਵਰਤੋਂ ਕੀਤੀ, ਕਿਉਂਕਿ ਉਹ ਸ਼ੇਖ ਸ਼ਬਦ ਨਾਲ ਹੀ ਮਸ਼ਹੂਰ ਸਨ। ਸ਼ੇਖ ਸ਼ਬਦ ਦਾ ਅਰਥ ਹੁੰਦਾ ਹੈ ਬਜ਼ੁਰਗ, ਵੱਡਾ, ਜਿਵੇਂ ਆਪਾਂ ਬਾਬਾ ਕਹਿ ਦਿੰਦੇ ਹਾਂ। ਸਾਡੇ ਅੰਦਰ ਬਾਬਾ ਸ਼ਬਦ ਜਿਹੜਾ ਹੈ ਉਹ ਬਜ਼ੁਰਗ ਵਾਸਤੇ ਵੀ ਵਰਤਿਆ ਜਾਂਦਾ ਹੈ, ਸਤਿਕਾਰ ਵਜੋਂ, ਜਿਹਨੇ ਉਮਰ ਹੰਢਾਈ ਹੋਵੇ। ਅਤੇ ਬਾਬਾ ਸ਼ਬਦ ਧਾਰਮਿਕ ਪਦਵੀ ਲਈ ਵੀ ਵਰਤਿਆ ਜਾਂਦਾ ਹੈ, ਬਜ਼ੁਰਗੀ ਵਾਲਾ, ਉੱਚੇ ਰੁਤਬੇ ਵਾਲਾ। ਜਿਵੇਂ ਆਪਾਂ ਇਤਿਹਾਸ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਬਾਬਾ ਨਾਮ ਨਾਲ ਯਾਦ ਕਰ ਲੈਂਦੇ ਹਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਉੱਥੇ ਬਾਬਾ ਸ਼ਬਦ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਦੀ ਬਹੁਤ ਨੇਕ ਕਮਾਈ ਹੋਵੇ, ਬਹੁਤ ਉੱਚੇ ਜੀਵਨ ਤੇ ਰੁਤਬੇ ਵਾਲੇ ਹੋਣ, ਉਹਨਾਂ ਨੂੰ ਅਸੀਂ ਬਾਬੇ ਆਖਦੇ ਹਾਂ, ਵੱਡੇ। ਇਸੇ ਤਰ੍ਹਾਂ ਆਲਮ, ਵਿਦਵਾਨ, ਸੋਝੀਵਾਨ, ਲਿਆਕਤਵੰਦ, ਐਸੇ ਸਾਰੇ ਹੁਨਰਾਂ ਦੇ ਮਾਲਕਾਂ ਨੂੰ ਵੀ ਸ਼ੇਖ ਸ਼ਬਦ ਨਾਲ ਸੰਬੋਧਿਤ ਹੋਇਆ ਜਾਂਦਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਦੇ ਜੀਵਨ ਵਿੱਚ ਇਹ ਸਭੇ ਖੂਬੀਆਂ ਸਨ, ਜਿਸ ਕਰਕੇ ਉਹਨਾਂ ਦੇ ਸੋਬਤ ਸੰਗਤ ਕਰਨ ਵਾਲੇ, ਉਹਨਾਂ ਤੋਂ ਮੁਤਾਸਰ ਪ੍ਰਭਾਵਿਤ ਹੋਣ ਵਾਲਿਆਂ ਨੇ ਉਹਨਾਂ ਨੂੰ ਸ਼ੇਖ ਸ਼ਬਦ ਨਾਲ ਯਾਦ ਕੀਤਾ। ਇਸ ਤਖੱਲਸ ਦੀ ਵਰਤੋਂ ਹੀ ਬਾਬਾ ਫਰੀਦ ਸਾਹਿਬ ਦੇ ਨਾਮ ਨਾਲ ਥਾਂ ਪੁਰ ਥਾਂ ਖੁਦ ਉਹਨਾਂ ਨੇ ਕੀਤੀ ਹੈ। ਔਰ ਮਹਾਰਾਜ ਨੇ ਜਿਸ ਵੇਲੇ 2 ਸ਼ਬਦ ਆਸਾ ਰਾਗ ਵਿੱਚ, 2 ਸ਼ਬਦ ਸੂਹੀ ਰਾਗ ਵਿੱਚ ਫਰੀਦ ਸਾਹਿਬ ਜੀ ਦੇ ਦਰਜ ਕੀਤੇ, ਤੇ ਉਹਨਾਂ ਦੇ ਉੱਤੇ ਸਿਰਲੇਖ ਵੀ ਆਸਾ ਸ਼੍ਰੀ ਸ਼ੇਖ ਫਰੀਦ ਜੀਓ ਕੀ ਬਾਣੀ। ਸੂਹੀ ਰਾਗ ਦੇ ਵਿੱਚ ਉੱਤੇ ਵੀ ਜਿਹੜਾ ਸਿਰਲੇਖ ਹੈ, ਸ਼ੇਖ ਸ਼ਬਦ ਉਹਨਾਂ ਦੇ ਨਾਂ ਨਾਲ ਵਰਤਿਆ। ਸ਼ਲੋਕ ਜਿੱਥੇ ਆਰੰਭ ਹੋਏ ਉੱਥੇ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਜਿਹੜਾ ਟਾਈਟਲ, ਜਿਹੜਾ ਨਾਮਕਰਨ ਉੱਪਰ ਦਿੱਤਾ ਹੈ, ਉਹ ਇਹੀ ਦਿੱਤਾ ਹੈ, ਸ਼ਲੋਕ ਸ਼ੇਖ ਫਰੀਦ ਜੀ ਕੇ ਜੀਓ ਕੇ। ਤੋ ਬਾਬਾ ਸ਼ੇਖ ਫਰੀਦ ਸਾਹਿਬ ਜੀ ਫਰਮਾਉਂਦੇ ਨੇ, ਕਿਉਂਕਿ ਸ਼ਲੋਕਾਂ ਦਾ ਲੜੀਵਾਰ ਪ੍ਰਵਾਹ ਚੱਲੀ ਜਾ ਰਿਹਾ ਅੱਗੇ ਤੋਂ ਅੱਗੇ। ਬੁੱਢਾ ਹੋਆ ਸ਼ੇਖ ਫਰੀਦ, ਜਦੋਂ ਉਮਰ ਵਿਹਾ ਜਾਂਦੀ ਹੈ, ਸਰੀਰ ਬੁੱਢਾ ਭਾਵ ਪੁਰਾਣਾ ਹੋ ਜਾਂਦਾ ਹੈ, ਤੇ ਸਰੀਰ ਦੀ ਤਾਕਤ ਘਟ ਜਾਂਦੀ ਹੈ। ਕਮਜ਼ੋਰੀ ਦੇ ਨਾਲ, ਵੀਕਨੈਸ ਦੇ ਨਾਲ ਸਰੀਰ ਦਾ ਤਵਾਜ਼ਨ ਵਿਗੜ ਜਾਂਦਾ ਹੈ, ਬੈਲੈਂਸ ਵਿਗੜ ਜਾਂਦਾ ਹੈ, ਸਰੀਰ ਕੰਬਦਾ ਹੈ, ਅੰਗ ਫਰਕਦੇ ਹਨ, ਆਪ ਮੁਹਾਰਾ ਸਰੀਰ ਹੋ ਜਾਂਦਾ ਹੈ। ਜਾਨੀ ਕਿ ਉਹ ਕੰਟਰੋਲ ਸਰੀਰ ਉੱਤੇ ਨਹੀਂ ਰਿਹਾ ਜੋ ਬਚਪਨ ਵੇਲੇ, ਜੋ ਜਵਾਨੀ ਵੇਲੇ ਹੁੰਦਾ ਹੈ। ਕਮਜ਼ੋਰੀ ਦੇ ਕਾਰਨ ਸਰੀਰ ਜਿਹੜਾ ਹੈ ਸਿੱਥਲ ਹੋ ਜਾਂਦਾ ਹੈ। ਇਸ ਦੀ ਆਪਣੀ ਜਿਹੜੀ ਤਾਕਤ ਹੈ ਉਹ ਹੌਲੀ ਹੌਲੀ ਜਿਉਂ-ਜਿਉਂ ਖੀਣ ਹੁੰਦੀ ਹੈ, ਤਿਉਂ-ਤਿਉਂ ਸਰੀਰ ਕੰਬਦਾ ਹੈ, ਹਿੱਲਦਾ ਹੈ। ਵਸ ਵਿੱਚ ਨਹੀਂ ਹੁੰਦਾ ਕਿ ਇਸ ਨੂੰ ਰੋਕ ਲਿਆ ਜਾਏ। ਵਸ ਵਿੱਚ ਨਹੀਂ ਹੁੰਦਾ ਵੀ ਇਸ ਸਰੀਰ ਦੀ ਕਮਜ਼ੋਰੀ ਦੇ ਕਾਰਨ ਜਿਹੜੀ ਇਹਦੇ ਵਿੱਚ ਥਿੜਕਣ ਪੈਦਾ ਹੋ ਰਹੀ ਹੈ, ਉਹਨੂੰ ਕਿਸੇ ਕਾਰਨ ਬੰਨ੍ਹ ਲਿਆ ਜਾਏ ਜਾਂ ਉਸ ਤੋਂ ਛੁਟਕਾਰਾ ਪਾ ਲਿਆ ਜਾਏ। ਉਹ ਨੈਚੁਰਲ ਹੁੰਦੀ ਹੈ। ਬਾਬਾ ਫਰੀਦ ਸਾਹਿਬ ਉਦਾਹਰਣ ਦਿੰਦੇ ਨੇ, ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹੀ ਕੰਬਣ ਲੱਗ ਪਈ, ਸਰੀਰ ਜਿਹੜਾ ਹਿੱਲਣ ਲੱਗ ਪਿਆ, ਸਰੀਰ ਵਿੱਚ ਥਰਾਹਟ ਪੈਦਾ ਹੋ ਗਈ। ਤੇ ਨਾਲ ਹੀ ਆਖਦੇ ਨੇ, ਜੇ 100 ਵਰਿਆਂ ਜੀਵਣਾ, ਭਲਾ ਜੇ ਸੈਂਕੜੇ ਹੋਰ ਵਰੇ ਵੀ ਬੰਦਾ ਇਸ ਧਰਤੀ ਤੇ ਜੀਂਦਾ ਰਵੇ। ਹੁਣ ਤਾਂ ਖੈਰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਵੀ ਮੈਂ ਬੁੱਢਾ ਹੋ ਗਿਆ, ਬਜ਼ੁਰਗ ਹਾਂ, ਸਰੀਰ ਜਿਹੜਾ ਹੈ ਉਹ ਕਮਜ਼ੋਰੀ ਦੇ ਕਾਰਨ ਥਰਾਹਟ ਦਾ ਸ਼ਿਕਾਰ ਹੋ ਗਿਆ, ਹਿਲ ਜੁਲ ਕਰਦਾ ਹੈ, ਯਾਨੀ ਕਿ ਸਰੀਰ ਦਾ ਤਵਾਜ਼ਨ, ਬੈਲੈਂਸ ਵਿਗੜ ਗਿਆ। ਕਹਿੰਦੇ ਜੇ ਮੈਂ ਸੋਚਦਾ ਵੀ ਜੇ ਸੈਂਕੜੇ ਵਰੇ ਵੀ ਮੈਂ ਹੋਰ ਇਸ ਧਰਤੀ ਤੇ ਜੀਵਾਂ, ਜਿਵੇਂ ਕਿ ਹਰ ਮਨੁੱਖ ਚਾਹੁੰਦਾ ਹੈ ਮੇਰੀ ਲੰਮੀ ਉਮਰ ਹੋਵੇ, ਇਸ ਲਈ ਅਸੀਂ ਜਿਹੜਾ ਸ਼ਬਦ ਅਸੀਸ ਵਿੱਚ ਚੰਗਾ ਲੱਗਦਾ ਉਹ ਸਭ ਨੂੰ ਪਾਉਂਦਾ ਹੈ, ਜੁਗ ਜੁਗ ਜੀਵੇਂ। ਹਾਲਾਂਕਿ ਜੋ ਇਹ ਅਸੀਸ ਦੇਣ ਵਾਲਾ ਹੈ ਉਹ ਵੀ ਜਾਣਦਾ ਹੈ ਕਿ ਇੰਨਾ ਪੋਸੀਬਲ ਨਹੀਂ ਹੈ। ਸੁਣਨ ਵਾਲਾ ਵੀ ਜਾਣਦਾ ਵੀ ਜੁਗ ਜੁਗ ਕੌਣ ਜੀਵਿਆ ਅਜੇ ਤੱਕ, ਪਰ ਇਹ ਕਿਉਂਕਿ ਤੂੰ ਲੰਮਾ ਜੀਵੇਂ, ਬਹੁਤ ਸਮਾਂ ਧਰਤੀ ਤੇ ਜੀਵੇਂ, ਇਹ ਅਸੀਸ ਸਾਨੂੰ ਦੇਣੀ ਵੀ ਚੰਗੀ ਲੱਗਦੀ ਹੈ ਤੇ ਅਸੀਸ ਸੁਣਨੀ ਵੀ ਚੰਗੀ ਲੱਗਦੀ। ਯਾਨੀ ਕਿ ਇੱਕ ਕਾਮਨਾ ਹੁੰਦੀ ਹੈ, ਪਿੱਛੇ ਭਾਵਨਾ ਹੁੰਦੀ ਹੈ ਕਿ ਤੂੰ ਜੀਵਨ, ਲੰਮਾ ਜੀਵਨ ਮਾਣ। ਉਹ ਫਿਰ ਲੰਮੇ ਜੀਵਨ ਨੂੰ ਮਾਨਣ ਦੀ ਜਦੋਂ ਅਸੀਸ ਦਿੱਤੀ ਜਾਂਦੀ ਹੈ ਤੇ ਉਹਦਾ ਘੇਰਾ ਜੁੱਗਾਂ ਤੱਕ ਕਰ ਲਿਆ ਜਾਂਦਾ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਕ ਵਾਕ ਕਿਹਾ ਹੈ, ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ। ਕੋਈ ਹੈ ਜਿਹੜਾ ਜੀ ਕੇ ਰੱਜ ਗਿਆ ਹੋਵੇ ਵੀ ਬਹੁਤ, ਇੰਨੀ ਲੰਮੀ ਉਮਰ। ਬੰਦਾ ਜੇ ਮੌਤ ਵੀ ਮੰਗੇਗਾ ਨਾ ਜ਼ਿੰਦਗੀ 'ਚ ਕਦੇ ਵੇਖਣਾ, ਉਹ ਆਪਣੀਆਂ ਕਮਜ਼ੋਰੀਆਂ ਕਰਕੇ ਮੰਗੇਗਾ। ਸਰੀਰ ਹੁਣ ਸਾਥ ਦੇਣੋਂ ਹਟ ਗਿਆ ਹੈ, ਬੰਦਾ ਸੋਚਦਾ ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਚੰਗਾ ਹੁਣ ਰੱਬ ਤੁਰਦਿਆਂ ਫਿਰਦਿਆਂ ਪ੍ਰਾਣ ਕੱਢ ਦੇਵੇ, ਤਾਂ ਕਿ ਮੈਨੂੰ ਮੰਜੇ ਉੱਤੇ ਪੈ ਕੇ, ਬੈੱਡ ਉੱਤੇ ਪੈ ਕੇ ਰਿੜਕਣਾ ਨਾ ਪਵੇ। ਸਾਨੂੰ ਲੱਗਦਾ ਵੀ ਬੰਦਾ ਜੀ ਕੇ ਅੱਕ ਗਿਆ ਹੁਣ। ਨਹੀਂ, ਅੱਕ ਨਹੀਂ ਗਿਆ, ਜ਼ਿੰਦਗੀ ਤੋਂ ਨਹੀਂ ਅੱਕਿਆ। ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਸਰੀਰ ਵਿੱਚ, ਜਿਹੜੀਆਂ ਪੇਚੀਦਗੀਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਬੰਦੇ ਨੂੰ ਜ਼ਿੰਦਗੀ 'ਚ ਕਰਨਾ ਪੈ ਰਿਹਾ ਇਸ ਉਮਰ ਦੇ ਵਿੱਚ, ਜਾਂ ਜੀਵਨ ਤੇ ਮਾਨਸਿਕ ਜਿਹੜਾ ਪ੍ਰੈਸ਼ਰ ਵੱਧ ਜਾਏ, ਜਾਂ ਤਾਂ ਬੰਦਾ ਉਦੋਂ ਕਹਿੰਦਾ ਹੈ ਜ਼ਿੰਦਗੀ ਮੁਸ਼ਕਿਲਾਂ ਵਿੱਚ ਘਿਰ ਜਾਏ, ਮੁਸ਼ਕਿਲਾਂ ਵੱਡੀਆਂ ਹੋ ਜਾਣ ਤੇ ਬੰਦੇ ਦਾ ਸਹਿਣ ਦਾ ਮਾਦਾ ਘਟ ਜਾਏ, ਜਾਂ ਬੰਦਾ ਉਦੋਂ ਕਹਿੰਦਾ ਵੀ ਇਹਦੇ ਨਾਲੋਂ ਤਾਂ ਜਾਨ ਹੀ ਨਿਕਲ ਜਾਏ, ਬੰਦਾ ਮਰ ਹੀ ਜਾਏ ਤੇ ਚੰਗਾ ਹੈ। ਤੇ ਜਾਂ ਫਿਰ ਸਰੀਰ ਸਾਥ ਦੇਣੋਂ ਹਟ ਰਿਹਾ ਹੋਵੇ, ਸਰੀਰਕ ਮੁਸ਼ਕਿਲਾਂ ਵੱਧ ਗਈਆਂ ਹੋਣ, ਤਾਂ ਬੰਦਾ ਕਹਿੰਦਾ ਵੀ ਇਹੋ ਜਿਹੀ ਜ਼ਿੰਦਗੀ ਦਾ ਬੋਝ ਹੁਣ, ਜ਼ਿੰਦਗੀ ਦਾ ਦੁੱਖ ਬੜਾ ਵੱਡਾ ਹੋ ਗਿਆ, ਇਹ ਤੋਂ ਛੁਟਕਾਰਾ ਹੋਰ ਤਾਂ ਕੋਈ ਤਰੀਕਾ ਲੱਭ ਨਹੀਂ ਰਿਹਾ, ਇਹਦੇ ਨਾਲੋਂ ਚੰਗਾ ਜਾਨ ਨਿਕਲ ਜਾਏ। ਉਹ ਬੰਦਾ ਦੁੱਖਾਂ ਦੇ ਸਾਹਮਣੇ ਜਦੋਂ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ ਤਾਂ ਉਦੋਂ ਕਹਿੰਦਾ ਹੈ, ਵਰਨਾ ਕੌਣ ਹੈ ਇਸ ਸੰਸਾਰ 'ਚ? ਜ਼ਰਾ ਸੋਚੋ, ਬੰਦੇ ਦਾ ਸਰੀਰ ਤੰਦਰੁਸਤ ਹੋਵੇ, ਸਰੀਰ ਨੂੰ ਕੋਈ ਪ੍ਰੋਬਲਮ ਨਾ ਹੋਵੇ, ਪਤਾ ਹੋਵੇ ਮੇਰੇ ਸਰੀਰ ਨੂੰ ਕੋਈ ਰੋਗ ਨਹੀਂ, ਕੋਈ ਤਕਲੀਫ ਨਹੀਂ, ਕੋਈ ਇਹੋ ਜਿਹੀ ਮੁਸ਼ਕਿਲ ਨਹੀਂ, ਫਿਰ ਬੰਦੇ ਨੂੰ ਪੁੱਛੋ ਤੂੰ ਮਰਨਾ ਚਾਹੁੰਦਾ? ਉਹ ਕਹੇਗਾ ਕਿਉਂ, ਮੈਨੂੰ ਕੀ ਹੋਇਆ, ਮੈਂ ਕਿਉਂ ਮਰਾਂ, ਮਰਨ ਮੇਰੇ ਦੁਸ਼ਮਣ। ਸੋ ਉੱਥੇ ਜਾ ਕੇ, ਕਿਉਂਕਿ ਦੁੱਖ ਕੋਈ ਨਹੀਂ, ਜ਼ਿੰਦਗੀ ਜਾਂ ਸਰੀਰ ਮੁਸ਼ਕਿਲਾਂ 'ਚ ਨਹੀਂ ਘਿਰਿਆ, ਬੰਦੇ ਨੂੰ ਲੱਗਦਾ ਹੈ ਮੈਨੂੰ ਕੀ ਹੋਇਆ, ਮੈਂ ਤਾਂ ਠੀਕ ਠਾਕ ਹਾਂ ਤੇ ਮੈਂ ਕਿਉਂ ਮਰਾਂ। ਇਸ ਅਵਸਥਾ ਵਿੱਚ ਮਹਾਰਾਜ ਨੇ ਕਿਹਾ ਕੋਈ ਹੈ ਜਿਹੜਾ ਜੀ ਕੇ ਰੱਜ ਗਿਆ ਹੋਏ? ਨਹੀਂ, ਕੋਈ ਨਹੀਂ। ਹਰ ਬੰਦਾ ਚਾਹੁੰਦਾ ਮੇਰੀ ਉਮਰ ਬਹੁਤ ਵੱਡੀ ਹੋਵੇ, ਮੈਨੂੰ ਵੱਧ ਤੋਂ ਵੱਧ ਸਮਾਂ ਮਿਲੇ, ਮੈਂ ਸੰਸਾਰ ਨੂੰ ਵੇਖਾਂ, ਮੈਂ ਜੀਵਾਂ, ਸਰੀਰਕ ਤੌਰ ਦੇ ਉੱਤੇ ਜੀਵਤ ਰਹਾਂ। ਤੋ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵੀ ਹੁਣ ਤਾਂ ਚਲੋ ਉਮਰ ਐਸੀ ਹੈ, ਬਜ਼ੁਰਗੀ ਆ ਗਈ, ਸਰੀਰ ਬੁੱਢਾ ਹੋ ਗਿਆ, ਕਮਜ਼ੋਰ ਹੋ ਗਿਆ, ਹੱਥ ਪੈਰ ਸਰੀਰ ਦਾ ਤਵਾਜ਼ਨ ਬੈਲੈਂਸ ਵਿਗੜ ਗਿਆ। ਭਲਾ ਮੈਂ ਸੋਚਦਾ ਵੀ ਜੇ ਸੈਂਕੜੇ ਵਰੇ ਮੈਨੂੰ ਜ਼ਿੰਦਗੀ ਹੋਰ ਮਿਲ ਜਾਏ ਤੇ ਕੀ ਮੈਂ ਸੱਚਮੁੱਚ ਹੀ ਇਸੇ ਤਰ੍ਹਾਂ ਹੀ ਰਵਾਂਗਾ? ਨਹੀਂ, ਮਰਨਾ ਮੈਨੂੰ ਫੇਰ ਵੀ ਪਵੇਗਾ ਹੀ। ਭਾਵ ਇਸ ਦਾ ਇਹ ਹੈ, ਜਿੰਨਾ ਮਰਜੀ ਵਕਤ ਮਨੁੱਖ ਨੂੰ ਜ਼ਿੰਦਗੀ 'ਚ ਮਿਲ ਜਾਏ, ਓੜਕ ਨੂੰ ਜਿਸ ਨੇ ਜਨਮ ਲਿਆ ਉਸਨੇ ਇਸ ਜਹਾਨੋਂ ਜਾਣਾ ਹੈ, ਉਸ ਦੇ ਪ੍ਰਾਣ ਪੰਖੇਰੂ ਨਿਕਲ ਜਾਣੇ ਹਨ। ਓੜਕ ਨੂੰ ਇਸ ਸਰੀਰ ਨੇ ਜਿਹੜਾ ਪੈਦਾ ਹੋਇਆ ਹੈ ਨਾ, ਜਦੋਂ ਇਹਨੇ ਜਨਮ ਲਿਆ ਤੇ ਇਹਦੇ ਨਾਲ ਹੀ ਇਹ ਕੰਡੀਸ਼ਨ, ਇਹ ਕੁਦਰਤ ਦਾ ਨਿਯਮ ਇਹਦੇ ਉੱਤੇ ਸ਼ਰਤ ਲਾਗੂ ਹੋ ਗਈ, ਜੋ ਜਨਮੈ ਸੋ ਜਾਨੋ ਮੂਆ। ਭਲਾ ਜੀ ਨੇ ਜਨਮ ਹੀ ਨਹੀਂ ਲਿਆ, ਉਹਦੇ ਤੇ ਮਰਨ ਦਾ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ। ਜਿਹੜੀ ਚੀਜ਼ ਉਸਰੀ ਨੇ, ਆਪਾਂ ਕਹਿੰਦੇ ਵੀ ਫਲਾਨੀ ਚੀਜ਼ ਢਹਿ ਗਈ, ਕਿਉਂ ਢੱਠੀ? ਕਿਉਂਕਿ ਉਸਰੀ ਸੀ। ਫਲਾਨੀ ਚੀਜ਼ ਭੱਜ ਗਈ, ਟੁੱਟ ਗਈ, ਕਿਉਂਕਿ ਉਹ ਬਣੀ ਸੀ। ਜੇ ਉਹ ਬਣਦੀ ਨਾ ਤੇ ਟੁੱਟਦੀ ਕਦੇ ਨਹੀਂ। ਜਿਹੜੀ ਚੀਜ਼ ਉਸਰੇਗੀ ਉਹ ਢੱਠੇਗੀ, ਜੋ ਬਣੀ ਹੈ ਉਹ ਟੁੱਟੇਗੀ, ਭੱਜੇਗੀ। ਜਿਸਨੇ ਜਨਮ ਲਿਆ ਉਹ ਮਰੇਗਾ, ਜੋ ਪੈਦਾ ਹੋਇਆ ਉਸਨੇ ਖਤਮ ਹੋਣਾ ਹੈ। ਇਹ ਦੋਵੇਂ ਸੰਜੋਗ ਵਿਜੋਗ ਧੁਰੋਂ ਹੀ ਹੁਆ। ਪੰਚ ਧਾਤ ਕਰ ਪੁਤਲਾ ਕੀਆ, ਸਾਹੈ ਕੈ ਫਰਮਾਇੜ ਹੈ ਜੀ, ਦੇਹੀ ਵਿੱਚ ਜੀਉ ਆਏ ਪਏ। ਤੇ ਆਪਾਂ ਰੋਜ਼ ਮਹਾਰਾਜ ਦੀ ਬਾਣੀ ਚੋਂ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਨੇ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਤੋ ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਫਰੀਦਾ ਬਾਰ ਪਰਾਇ ਬੈਸਣਾ, ਸਾਈ ਮੁਝੈ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਉ ਸਰੀਰੋਂ ਲੇ। ਹੁਣ ਇਹ ਪਿਛਲੇ ਸ਼ਲੋਕ ਦੀ ਵਿਆਖਿਆ ਵਿੱਚ ਹੀ ਅਗਲਾ ਸ਼ਲੋਕ ਜਿਹੜਾ ਹੈ ਬਾਬਾ ਫਰੀਦ ਸਾਹਿਬ ਦਾ ਹੈ। ਕਹਿੰਦੇ ਨੇ ਭਲਾ ਜੇ ਵਰਿਆਂ ਬੱਧੀ ਸੈਂਕੜੇ ਵਰਿਆਂ ਦੀ ਹੋਰ ਉਮਰ ਹੋ ਜਾਏ, ਪਰ ਉਹ ਸੈਂਕੜੇ ਵਰਿਆਂ ਦੀ ਉਮਰ ਵਿੱਚ ਮੈਨੂੰ ਦਰਬਦਾਰੀ ਭਟਕਣਾ ਮਿਲੇ, ਮੈਂ ਪਦਾਰਥਾਂ ਦੇ ਲਾਲਚ ਵਿੱਚ ਹੀ ਜੀਵੀ ਜਾਵਾਂ, ਢੇਰਾਂ ਦੇ ਢੇਰ ਇਕੱਠੇ ਕਰ ਲਵਾਂਗਾ। ਹੁਣ ਤੁਸੀਂ ਵੇਖੋ,
ਮਨੁੱਖ ਦੇ ਜੀਵਨ ਵਿੱਚ ਇਹੀ ਹੈ ਨਾ ਵੀ ਜੇ ਮੈਨੂੰ ਇੰਨੇ ਸਾਲ ਹੋਰ ਮਿਲ ਗਏ ਤੇ ਮੈਂ ਇੰਨਾ ਕੰਮ ਨਿਬੇੜ ਲੈਣਾ। ਮਨੁੱਖ, ਕਿਉਂਕਿ ਅਸੀਂ ਆਪਣੀ ਦੌੜ ਮਿੱਥੀ ਹੁੰਦੀ ਹੈ। ਜੇ ਮੇਰੇ ਮੈਂ ਇੰਨੇ ਸਾਲਾਂ ਚ ਆ ਪਾਇਆ, ਇੰਨੇ ਸਾਲਾਂ ਚ ਆ, ਇੰਨੇ ਸਾਲਾਂ ਚ ਆ। ਹੁਣ ਜੇ ਉਹਦੇ ਹਿਸਾਬ ਨਾਲ ਆਪਾਂ ਕਾਊਂਟ ਕਰੀ ਜਾਈਏ ਆਪਣੀ ਜਿੰਨੀ ਕੁ ਦੌੜ ਅਸੀਂ ਹੁਣ ਤੱਕ ਲਾਈ ਹੈ ਤੇ ਜਿੰਨਾ ਕੁਝ ਹੁਣ ਪਾਇਆ ਹੈ, ਜਿੰਨਾ ਕੁ ਅਸੀਂ ਹੁਣ ਆਪਣਾ ਅੰਪਾਇਰ ਸਿਰਜਿਆ, ਇਹਨੂੰ ਕਾਊਂਟ ਕਰਦੇ ਜਾਓ ਲਗਾਤਾਰ। 500 ਸਾਲ ਤੱਕ ਕਰ ਲਓ, 1000 ਸਾਲ ਤੱਕ ਕਰ ਲਓ, ਠੀਕ ਹੈ। ਪਦਾਰਥ ਉਸ ਜੇ ਉਮਰ ਦੇ ਹਿਸਾਬ ਨਾਲ ਜਿੰਨਾ ਹੁਣ ਇਕੱਠਾ ਕੀਤਾ ਉਹਨਾਂ 50 ਸਾਲਾਂ 'ਚ ਫੇਰ 50 ਸਾਲਾਂ 'ਚ ਫੇਰ 50 ਸਾਲਾਂ 'ਚ ਫੇਰ ਅੱਗੇ ਤੁਰੇ ਚੱਲੀਏ। ਪਰ ਸਵਾਲ ਹੈ ਵੀ ਜੀਵਾਂਗੇ ਤੇ ਅਸੀਂ ਉਵੇਂ ਹੀ ਨਾ ਜਿਵੇਂ ਹੁਣ ਜੀ ਰਹੇ ਹਾਂ। ਹਾਲਤ ਤੇ ਉਹੀ ਰਹੇਗੀ ਨਾ ਜਿਹੜੀ ਹੁਣ ਹੈ, ਉਹਦੇ ਵਿੱਚ ਤਾਂ ਕੋਈ ਤਬਦੀਲੀ ਨਹੀਂ ਨਾ ਹੋਣੀ। ਅੰਪਾਇਰ ਵੱਡਾ ਹੁੰਦਾ ਜਾਏਗਾ, ਉਮਰ ਦਾ ਤਕਾਜ਼ਾ ਜਿਹੜਾ ਸਮਾਂ ਵੱਧ ਮਿਲਦਾ ਗਿਆ ਤੇ ਹੋਰ ਵੱਧ ਕਰ ਲਵਾਂਗੇ। ਪਰ ਸਵਾਲ ਇਹ ਹੈ ਵੀ ਮੈਂ ਹੁਣ ਇਸ ਵੇਲੇ ਜਿਹੜੀ ਅਵਸਥਾ ਤੇ ਖੜਾ 500 ਸਾਲ ਬਾਅਦ ਵੀ ਇਹੋ ਹੀ ਰਹੇਗੀ, ਕਿਉਂਕਿ ਮੇਰੇ ਅੰਦਰ ਕੁਝ ਨਹੀਂ ਬਦਲ ਰਿਹਾ। ਮੇਰੀ ਸੁਰਤ, ਆਤਮਾ, ਮਨ ਵਿੱਚ ਕੋਈ ਤਬਦੀਲੀ ਨਹੀਂ ਵਾਪਰ ਰਹੀ। ਮੈਂ ਇੱਕ ਦੌੜ ਵਿੱਚ ਹਾਂ ਤੇ ਜਿੱਦਾਂ ਰਾਹ ਮੈਨੂੰ ਮਿਲਦਾ ਜਾਏਗਾ ਮੈਂ ਦੌੜਦਾ ਹੀ ਤੁਰਿਆ ਜਾਵਾਂ, ਭਾਵੇਂ 1000 ਸਾਲ ਹੀ ਕਿਉਂ ਨਾ ਹੋਣ, ਬਸ ਉਹ ਦੌੜ ਲੱਗੀ ਰਹਿਣੀ ਹੈ। ਪਦਾਰਥਾਂ ਦੇ ਖਾਤਰ ਦਵਾਰੈ ਦਵਾਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ। ਮੈਂ ਜਿੱਥੇ ਧੱਕਾ ਕਰਨਾ ਹੋਇਆ ਕਰਾਂਗਾ, ਜਿੱਥੇ ਫਰਾਡ ਕਰਨਾ ਹੋਇਆ ਕਰਾਂਗਾ, ਜਿੱਥੇ ਜਿਵੇਂ ਸੂਤ ਆਉਂਦਾ ਗਿਆ। ਪਦਾਰਥ ਏਮ ਹੈ ਨਾ, ਜਿਸ ਵੇਲੇ ਮਕਸਦ ਇਹ ਹੈ ਵੀ ਪਦਾਰਥ, ਵਸਤੂ, ਦੌਲਤ, ਸ਼ੌਹਰਤ, ਪ੍ਰਭਤਾ, ਜੋ ਮੈਂ ਏਮ ਮਿਥੇ ਨੇ, ਜਿਵੇਂ ਵੀ ਮੈਨੂੰ ਜਿਹੜਾ ਵੀ ਰਾਹ ਲੱਗਿਆ ਉਸੇ ਰਾਹ ਮੈਂ ਕੱਢ ਲੈਣਾ, ਉਸਨੂੰ ਪਾਉਣ ਦੀ ਕੋਸ਼ਿਸ਼ ਕਰਨੀ। ਹਸਰਤ ਇਹ ਹੈ ਨਾ, ਮਕਸਦ ਇਹ ਹੈ। ਬਾਦਸ਼ਾਹਾਂ ਦੇ ਮਕਸਦ ਸਨ ਤਾਜ, ਤਖਤ। ਪਿਓ ਆਇਆ ਤੇ ਕਤਲ ਕੀਤਾ, ਭਰਾ ਆਇਆ ਤੇ ਕਤਲ ਕੀਤਾ, ਪੁੱਤ ਅੜਿਆ ਤੇ ਉਹਨੂੰ ਵੀ ਜੇਲ੍ਹ 'ਚ ਸੁੱਟਿਆ। ਉਹਨਾਂ ਕਿਹਾ ਸਾਡਾ ਮਕਸਦ ਤੂੰ ਨਹੀਂ, ਸਾਡਾ ਮਕਸਦ ਤਖਤ ਹੈ। ਲੋਕ ਆਖਦੇ ਸਾਨੇ ਪਾਗਲ ਨੇ, ਕੋਈ ਆਪਣੇ ਪਿਓ ਨੂੰ ਜੇਲ੍ਹ 'ਚ ਸੁੱਟਦਾ ਭਲਾ? ਪਿਓ ਨੇ ਵੀ ਐਵੇਂ ਹੀ ਸੁੱਟਿਆ ਸੀ ਕਿਸੇ ਨੂੰ। ਕੋਈ ਆਪਣੇ ਭਰਾਵਾਂ ਨੂੰ ਕਤਲ ਕਰਦਾ ਭਲਾ? ਭਰਾ ਨੂੰ ਉਹ ਨਾ ਕਰਦਾ ਤੇ ਭਰਾ ਉਹਨੂੰ ਕਰ ਦਿੰਦਾ। ਸਾਰੇ ਤੇ ਪਾਗਲ ਸਨ। ਭਲਾ ਕੋਈ ਪੁੱਤਰ ਨੂੰ ਜੇਲ੍ਹ 'ਚ ਸੁੱਟਦਾ ਹੈ? ਤੇ ਪੁੱਤਰ ਨੂੰ ਪਤਾ ਸੀ ਮੇਰੇ ਬਾਪ ਨੇ ਆਪਣੇ ਬਾਪ ਨੂੰ ਵੀ ਜੇਲ੍ਹ 'ਚ ਸੁੱਟਿਆ ਇਸੇ ਚੱਕਰ ਵਿੱਚ, ਤੇ ਉਸ ਨੂੰ ਇਹ ਖਤਰਾ ਸੀ ਵੀ ਜੇ ਮੈਂ ਮੁੰਡੇ ਨੂੰ ਜੇਲ੍ਹ 'ਚ ਨਾ ਪਾਇਆ, ਮੁੰਡਾ ਮੈਨੂੰ ਜੇਲ੍ਹ 'ਚ ਪਾਏਗਾ। ਤੁਸੀਂ ਔਰੰਗਜ਼ੇਬ ਦੀ ਬਾਇਓਗ੍ਰਾਫੀ ਪੜ੍ਹੋ, ਹੋਰ ਬਹੁਤ ਸਾਰੇ ਬਾਦਸ਼ਾਹ ਨੇ। ਜਿਉਂ-ਜਿਉਂ ਤੁਸੀਂ ਇਹਨਾਂ ਦੀ ਤਾਰੀਖ ਪੜ੍ਹੋਗੇ ਹੈਰਾਨ ਹੋ। ਸਾਜ਼ਿਸ਼ਾਂ, ਸ਼ਰਾਰਤਾਂ, ਪ੍ਰਾਪੋ ਗੰਡੇ, ਖਿੱਚ ਧੂ, ਖੂੰਰੇਜ਼ੀ, ਤਲਵਾਰਬਾਜ਼ੀ, ਉਹ ਕੀ ਨੀਚ ਤੋਂ ਨੀਚ ਕਰਮ ਹੈ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ। ਉਹ ਕਿਉਂ ਹੈ? ਆਮ ਬੰਦਾ ਸੋਚਦਾ ਹੈ ਪਤਾ ਨਹੀਂ ਇਹਨਾਂ ਨੂੰ ਕੀ ਬਿਮਾਰੀ ਹੈ। ਬਿਮਾਰੀ ਸਾਨੂੰ ਵੀ ਹੈ, ਪਰ ਅਸੀਂ ਛੋਟੇ ਦਾਇਰੇ 'ਚ ਖੇਡਦੇ ਹਾਂ, ਉਹ ਵੱਡੇ ਦਾਇਰੇ 'ਚ ਖੇਡਦੇ ਨੇ। ਉਹਨਾਂ ਕੋਲ ਮੈਦਾਨ ਵੱਡਾ ਹੈ। ਸਾਡਾ ਵੀ ਤੇ ਕਲੇਸ਼ ਇਹੋ ਹੀ ਹੈ ਨਾ ਬੇਸਿਕਲੀ। ਜਿੱਥੇ ਅਸੀਂ ਜੀ ਰਹੇ ਹਾਂ ਉੱਥੇ ਸਾਡਾ ਜਿੰਨਾ ਮੈਦਾਨ ਹੈ, ਉੱਥੇ ਸਾਡਾ ਵੀ ਉਹੀ ਕਲੇਸ਼ ਹੈ। ਸਾਨੂੰ ਮਹਿਸੂਸ ਨਹੀਂ ਹੁੰਦਾ। ਜਦੋਂ ਅਸੀਂ ਵੱਡੇ ਦਾਇਰੇ ਦੇ ਖਿਡਾਰੀਆਂ ਨੂੰ ਵੇਖਦੇ ਹਾਂ ਸਾਨੂੰ ਲੱਗਦਾ ਹੈ ਇਹ ਬੰਦੇ ਕਿੱਡੇ ਪਾਪੀ ਨੇ। ਭਲਾ ਜੇ ਸਾਨੂੰ ਉਹ ਮੈਦਾਨ ਮਿਲ ਜਾਏ ਖੇਡਣ ਵਾਸਤੇ। ਅੱਜ ਮੇਰੇ ਤੋਂ 5 ਬੰਦੇ ਦੁਖੀ ਨੇ। ਜੇ ਮੇਰਾ ਮੈਦਾਨ ਵੱਡਾ ਹੋਇਆ ਤੇ 50 ਹੋਣਗੇ, ਉਦੋਂ ਵੱਡਾ ਹੋਇਆ 500 ਹੋਏਗਾ, ਉਦੋਂ ਵੱਡਾ ਹੋਇਆ 5000 ਹੋਏਗਾ, ਉਦੋਂ ਵੱਡਾ ਹੋਇਆ 5 ਲੱਖ ਹੋਏਗਾ। ਇਹ ਮੇਰੀ ਡੀਲ ਤੇ ਡਿਪੈਂਡ ਕਰਦਾ ਹੈ ਵੀ ਅੱਜ ਜਿੰਨਾ ਕੁ ਮੇਰਾ ਆਲਾ ਦੁਆਲਾ ਮੇਰੇ ਤੋਂ ਖੁਸ਼ ਹੈ, ਜਿੰਨਾ ਦਾਇਰਾ ਵੱਡਾ ਹੁੰਦਾ ਗਿਆ ਉਹਨਾਂ ਕਿ ਉਦੋਂ ਹੋਣਾ ਹੈ ਲੋਕਾਂ। ਮੇਰੀ ਆਪਣੀ ਪ੍ਰੋਡਕਸ਼ਨ ਜਿਹੋ ਜੀ, ਬਣਤਰ ਜਿਹੋ ਜਿਹੀ ਹੈ, ਮੈਂ ਉਹ ਤਾਂ ਨਾਲ ਹੀ ਲੈ ਕੇ ਜਾਣੀ ਹੈ ਨਾ। ਇਸ ਵਾਸਤੇ ਬਾਰ ਪਰਾਏ ਬਾਰ। ਪਦਾਰਥ ਲਈ ਮੰਦੇ ਕਰਮ ਕਰਨ ਵਾਸਤੇ ਥਾਂ ਦੀ ਜਿਹੜੀ ਭਟਕਣਾ ਹੈ, ਸਾਈਂ ਮੁਝੈ ਨਾ ਦੇ। ਇਹ ਸਾਈਂ ਮੈਂ ਇਹ ਜੀਵਨ ਨਹੀਂ ਚਾਹੁੰਦਾ, ਭਾਵੇਂ ਸੈਂਕੜੇ ਵਰਿਆਂ ਦਾ ਵੀ ਕਿਉਂ ਨਾ ਹੋ। ਮੈਨੂੰ ਇਹੋ ਜਿਹੀ ਭਟਕਣਾ ਵਾਲੀ ਜ਼ਿੰਦਗੀ ਨਹੀਂ ਚਾਹੀਦੀ। ਜੇ ਤੂੰ ਇਵੇਂ ਰੱਖ ਸੀ, ਜੇ ਸੱਚਮੁੱਚ ਮੈਂ ਸੈਂਕੜੇ ਵਰਿਆਂ ਦੀ ਉਮਰ ਦੇ ਵਿੱਚ ਇਹ ਭਟਕਣਾ ਹੀ ਹੈ, ਇਹੋ ਜਿਹੀ ਸਥਿਤੀ ਵਿੱਚ ਹੀ ਪੈਣਾ ਹੈ, ਤਾਂ ਮੇਰੀ ਇੱਕ ਗੁਜ਼ਾਰਿਸ਼ ਹੈ, ਮੇਰੀ ਬੇਨਤੀ ਹੈ, ਜੀਓ ਸਰੀਰੋਂ ਦੇ। ਮੇਰੇ ਸਰੀਰ ਚੋਂ ਜਿੰਦ ਕੱਢ ਲਓ। ਕੋਈ ਜੀਵਨ ਥੋੜਾ ਹੋਣਾ ਤਾਂ ਸਜ਼ਾ ਹੋਣੀ।
ਉਹ ਤਾਂ ਸਜ਼ਾ 50 ਸਾਲ ਦੀ, 100 ਸਾਲ ਦੀ, 1000 ਸਾਲ, 1000 ਤਾਂ ਵੀ ਇਸ ਤਰ੍ਹਾਂ ਹੀ ਰਹੇਗਾ ਕੰਮ। ਨਹੀਂ, ਮੈਨੂੰ ਪਰਾਏ ਬਾਰ ਭਟਕਣਾ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ, ਮੈਨੂੰ ਚੰਗਾ ਨਹੀਂ ਲੱਗਦਾ, ਭਾਵੇਂ ਹਜ਼ਾਰਾਂ ਸਾਲਾਂ ਦੀ ਜ਼ਿੰਦਗੀ ਕਿਉਂ ਨਾ ਹੋਵੇ, ਸੈਂਕੜੇ ਵਰ੍ਹਿਆਂ ਦਾ ਜੀਵਨ ਕਿਉਂ ਨਾ ਹੋਵੇ। ਇਸ ਵਾਸਤੇ ਜਿਹੜੀ ਜੀਵਨ ਦੇ ਮਿਆਰ ਦੀ ਗੱਲ ਉਹਨਾਂ ਨੇ ਕੀਤੀ ਹੈ ਨਾ, ਵੀ ਜੀਵਨ ਦੀ ਕੀਮਤ ਹੋਵੇ, ਇੱਕ ਜੀਵਨ ਦਾ ਇੱਕ ਮਿਆਰ ਹੋਵੇ, ਉਹ ਜਿਹੜਾ ਸਹਿਜ ਵਿੱਚ ਹੈ, ਟਿਕਾ ਵਿੱਚ ਹੈ, ਆਨੰਦ ਵਿੱਚ ਹੈ, ਜਿਹੜਾ ਭਟਕ ਨਹੀਂ ਰਿਹਾ, ਜਿਹੜਾ ਸਮਝ ਰਿਹਾ ਹੈ ਵੀ ਮੇਰੇ ਜੀਵਨ ਦਾ ਮਕਸਦ ਕੀ ਹੈ, ਜਿਹੜਾ ਸਮਝ ਰਿਹਾ ਵੀ ਮੇਰੇ ਜੀਵਨ ਦੀ ਵੈਲਿਊ ਕੀ ਹੈ, ਜਿਹੜਾ ਸਮਝ ਰਿਹਾ ਹੈ ਕਿ ਕੋਈ ਅਸੂਲ ਧਰਮ ਵੀ ਕੋਈ ਚੀਜ਼ ਹੁੰਦੀ ਹੈ, ਐਸਾ ਜੀਵਨ ਚਾਹੀਦਾ ਹੈ। ਮੈਂ ਸੈਂਕੜੇ ਵਰ੍ਹਿਆਂ ਦੀ ਨਹੀਂ, ਮੈਂ ਜੀਵਨ ਦੀ ਵੈਲਿਊ ਦੀ ਕਾਮਨਾ ਕਰਦਾ, ਜੀਵਨ ਦੀ ਕਦਰੋ ਕੀਮਤ ਦੀ ਕਾਮਨਾ ਕਰਦਾ। ਤਾਂ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਨੇ, ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ, ਫਰੀਦਾ ਹਉ ਲੋੜੀ ਸ਼ੋ ਆਪਣਾ ਤੂੰ ਲੋੜੈ ਅੰਗਿਆਰ। ਇੱਕ ਜਿਹੜਾ ਲੱਕੜਹਾਰਾ ਹੈ ਨਾ, ਉਹ ਜੰਗਲ ਵਿੱਚ ਜਾਂਦਾ ਹੈ, ਉਹਨੇ ਸਵੇਰੇ ਘਰ ਤੋਂ ਚੱਲਣਾ ਹੁੰਦਾ ਹੈ, ਉਹਨੇ ਮੋਢੇ ਦੇ ਉੱਤੇ ਕੰਧ ਕੁਹਾੜਾ, ਕੰਧੇ ਦੇ ਉੱਤੇ ਕੁਹਾੜਾ ਰੱਖਿਆ ਰੁੱਖ ਵੱਢਣ ਨੂੰ, ਸਿਰ ਘੜਾ, ਕਿਉਂਕਿ ਉਹਨੇ ਦਿਨੇ ਪਾਣੀ ਆਦਿਕ ਪੀਣਾ, ਪਾਣੀ ਦੀ ਲੋੜ ਪੂਰੀ ਜੰਗਲ ਵਿੱਚ ਕਰਨੀ ਹੈ, ਤਾਂ ਪਾਣੀ ਦਾ ਬਰਤਨ ਜਾਂ ਘੜਾ ਆਦਿਕ ਵੀ ਨਾਲ ਚੁੱਕੇ ਜਾਂਦਾ। ਤੇ ਜਿਹੜੇ, ਕਿਉਂ ਹੁਣ ਜੰਗਲ ਹੈ ਨਾ ਜਦੋਂ, ਤੇ ਲੋਹਾਰ ਜਿਹੜਾ ਜਿਹਦੇ ਕੋਲ ਕੁਹਾੜਾ ਹੈ, ਉਹ ਆਪਣੇ ਖਾਣ ਪੀਣ ਆਦਿਕ ਦਾ ਪਾਣੀ ਆਦਿਕ ਨਾਲ ਹੀ ਲੈ ਕੇ ਜਾਂਦਾ, ਵੀ ਦੁਪਹਿਰੇ ਮੈਂ ਉੱਥੇ ਕੰਮ ਕਰਨਾ, ਪਾਣੀ ਪੀਵਾਂਗਾ ਜੰਗਲ 'ਚ। ਹੁਣ ਉਹਦਾ ਪ੍ਰਤੀਕ ਵਰਤ ਕੇ ਬਾਬਾ ਫਰੀਦ ਸਾਹਿਬ ਕਹਿੰਦੇ, ਕੁਹਾੜਾ ਉਹਦੇ ਮੋਢੇ ਤੇ ਹੈ, ਜੰਗਲ ਵਿੱਚ ਉਹ ਇਕੱਲਾ ਹੈ, ਰੋਕਣਾ ਉਹਨੂੰ ਕਿਸੇ ਨਹੀਂ, ਪਾਣੀ ਪੀਣ ਵਾਸਤੇ ਉਹ ਨਾਲ ਲੈ ਕੇ ਚੱਲਿਆ, ਯਾਨੀ ਕਿ ਪੂਰੀ ਤਿਆਰੀ ਨਾਲ ਚੱਲਿਆ। ਜਿਹੜੇ ਮਰਜ਼ੀ ਰੁੱਖ ਤੇ ਉਹ ਕੁਹਾੜਾ ਚਲਾਦਾ, ਰੁੱਖ ਨੇ ਉਹਨੂੰ ਅੱਗੋਂ ਕਹਿਣਾ ਨਹੀਂ ਵੀ ਤੂੰ ਮੈਨੂੰ ਨਾ ਵੱਢ, ਫਲਾਣੇ ਨੂੰ ਵੱਢ ਲੈ। ਇੱਕ ਤਰ੍ਹਾਂ ਨਾਲ ਉਹ ਰਾਜਾ ਬਣ ਕੇ ਵਿਚਰਦਾ, ਯਾਨੀ ਕਿ ਜਿਹਦੀ ਮਰਜ਼ੀ ਚੱਲਦੀ ਹੋਵੇ ਉਹਨੂੰ ਆਪਾਂ ਰਾਜਾ ਕਹਿੰਦੇ ਆ। ਕੰਧ ਕੁਹਾੜਾ ਸਿਰ ਘੜਾ ਵਣ ਕੈਸਰ ਲੋਹਾਰ, ਉਹ ਜੰਗਲ ਦਾ ਬਾਦਸ਼ਾਹ ਬਣਿਆ ਬੈਠਾ ਹੈ, ਜਿਹਦੇ ਤੇ ਮਰਜ਼ੀ ਕੁਹਾੜਾ ਚਲਾ ਦੇ, ਜਿੱਥੇ ਮਰਜ਼ੀ ਘੜਾ ਰੱਖ ਕੇ ਟਿਕਾਣਾ ਬਣਾ ਲੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਹਉ ਲੋੜੀ ਸ਼ੋ ਆਪਣਾ ਤੂੰ ਲੋੜਾਂ ਅੰਗਿਆਰ। ਭਲਾ ਜੇ ਉਹਦੀ ਮਰਜ਼ੀ ਚੱਲਦੀ ਹੈ ਤੇ ਉਹਨੇ ਖੱਟਣਾ ਕੀ ਹੈ, ਅਖੀਰ ਨੂੰ ਕੋਲੇ ਹੀ ਇਕੱਠੇ ਕਰਨੇ ਨਾ, ਲੱਕੜਾਂ ਬਾਲੇਗਾ ਤੇ ਕੋਲੇ ਮਗਰ ਬਚਣਗੇ। ਅਖੀਰ ਉਹਦੀ ਸਾਰੀ ਦੌੜ ਭੱਜ, ਉਹਦੀ ਮਰਜ਼ੀ, ਉਹਦੀ ਤਿਆਰੀ ਅਖੀਰ ਤੇ ਜਿਵੇਂ ਕੇਵਲ ਕੋਲਿਆਂ ਦੀ ਪ੍ਰਾਪਤੀ ਤੱਕ ਹੀ ਹੁੰਦੀ ਹੈ, ਇਸੇ ਤਰ੍ਹਾਂ ਅਸੀਂ ਹਾਂ। ਅਸੀਂ ਵੀ ਸਮਝਦੇ ਅਸੀਂ ਰਾਜੇ ਹਾਂ, ਸਾਡੀ ਮਰਜ਼ੀ ਚੱਲਦੀ ਹੈ, ਖੱਟਣਾ ਅਸੀਂ ਅਖੀਰ ਤੇ ਕੋਲੇ ਹੀ ਖੱਟਣੇ ਨੇ। ਅਸੀਂ ਆਪਣੀਆਂ ਮਰਜ਼ੀਆਂ ਵਾਸ਼ਨਾਵਾਂ ਦੇ ਪ੍ਰਭਾਵ ਥੱਲੇ ਕਰਦੇ ਹਾਂ, ਝੂਠੇ ਹੁਕਮ ਚਲਾਉਂਦੇ ਹਾਂ, ਮਨ ਮਰਜ਼ੀਆਂ ਕਰਦੇ ਹਾਂ। ਆਪਣੀ ਪੂਰੀ ਤਿਆਰੀ ਦੇ ਨਾਲ ਅਸੀਂ ਵੀ ਸੰਸਾਰ ਵਿੱਚ ਮਨ ਮਰਜ਼ੀਆਂ ਦੇ ਨਾਲ, ਧੱਕੇਸ਼ਾਹੀਆਂ ਦੇ ਨਾਲ ਜਦੋਂ ਵਿਚਰਦੇ ਹਾਂ, ਦੂਜਿਆਂ ਨੂੰ ਪਰੇਸ਼ਾਨ ਦੁਖੀ ਕਰਦੇ ਹਾਂ, ਜਿੱਥੇ ਜੋ ਜੀ ਚਾਹਿਆ ਕਰ ਲਿਆ। ਇੱਕ ਤਰ੍ਹਾਂ ਨਾਲ ਅਸੀਂ ਵੀ ਉਸ ਬੰਦੇ ਵਾਂਗੂ, ਲੱਕੜਹਾਰੇ ਵਾਂਗੂ ਅਸੀਂ ਵੀ ਬਾਦਸ਼ਾਹ ਬਣ ਕੇ ਵਿਚਰਦੇ ਹਾਂ ਸੰਸਾਰ ਦੇ ਜੰਗਲ 'ਚ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮੈਂ ਇਹੋ ਜਿਹਾ ਜੀਵਨ ਨਹੀਂ ਲੋੜਦਾ। ਮੈਂ ਕਿਹਨੂੰ ਲੋੜਦਾ? ਹਾਂ ਲੋੜੀ ਸ਼ੋ ਆਪਣਾ, ਮੈਂ ਖਸਮ ਚਾਹੁੰਦਾ ਮੈਨੂੰ ਸਾਰਿਆਂ 'ਚ ਰੱਬ ਦਿਸੇ, ਮੈਂ ਕਿਸੇ ਉੱਤੇ ਆਪਣੇ ਜ਼ੁਲਮ ਦਾ, ਧੱਕੇ ਦਾ, ਫਰੇਬ ਦਾ, ਝੂਠ ਦਾ ਕੁਹਾੜਾ ਨਾ ਚਲਾਵਾਂ, ਮੈਂ ਕਿਸੇ ਨਾਲ ਮਨ ਮਰਜ਼ੀ ਨਾਲ ਪੇਸ਼ ਨਾ ਆਵਾਂ। ਪਰ ਹੇ ਬੰਦੇ, ਜੇ ਤੂੰ ਐਸਾ ਸੋਚਦਾ ਤੇ ਅਖੀਰ ਨੂੰ ਤੇਰੇ ਪੱਲੇ ਅੰਗਿਆਰੇ ਹੀ ਪੈਣੇ ਨੇ, ਕੋਲੇ ਹੀ ਕਾਲਖ ਖੱਟੇਗਾ ਅਖੀਰ ਦੇ ਉੱਤੇ। ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਫਰੀਦਾ ਇਕ ਨਾ ਆਟਾ ਅਗਲਾ, ਇਕ ਨਾ ਨਾਹੀ ਲੋਣ, ਅੱਗੇ ਗਏ ਸੰਝਾਪ ਸਨ, ਚੋਟਾਂ ਖਾਸੀ ਕੌਣ। ਇੱਕ ਨਾ ਦੇ ਕੋਲ ਬਹੁਤ ਪਦਾਰਥ ਨੇ, ਇੱਕ ਨਾ ਆਟਾ ਅਗਲਾ। ਪੁਰਾਣੀ ਇੱਕ ਉਦਾਹਰਣ ਹੁੰਦੀ ਸੀ ਵੀ ਇਹਨਾਂ ਦੇ ਭੜੋਲੇ ਚੋਂ ਤਾਂ ਆਟਾ ਨਹੀਂ ਮੁੱਕਦਾ, ਮਤਲਬ ਇਹ ਹੁੰਦਾ ਸੀ ਵੀ ਰੱਜੇ ਪੁੱਜੇ ਲੋਕ। ਪੇਂਡੂ ਉਦਾਹਰਨਾਂ ਸਨ, ਉਹਨਾਂ ਨੂੰ ਸ਼ਲੋਕਾਂ ਦਾ ਆਧਾਰ ਬਣਾਇਆ ਬਾਬਾ ਫਰੀਦ ਸਾਹਿਬ ਨੇ। ਜਾਂ ਆਪਾਂ ਇਹ ਮੁਹਾਵਰਾ ਵਰਤਦੇ ਸਾਂ
ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਵੀ ਜਿਹਦਾ ਗੁਜ਼ਾਰਾ ਵਧੀਆ ਚੱਲਦਾ ਹੈ, ਘਰੇ 4 ਪੈਸੇ ਨੇ, ਲੋਕ ਉਹਨਾਂ ਨੂੰ ਕਮਲਿਆਂ ਨੂੰ ਵੀ ਸਲਾਮਾਂ ਕਰਨਗੇ। ਅਕਲਮੰਦ ਗਰੀਬ ਹੋਵੇ ਨਾ, ਗਰੀਬ, ਉਹਨੂੰ ਕੋਈ ਆਵਾਜ਼ ਵੀ ਨਹੀਂ ਮਾਰਦਾ, ਉਹਦੇ ਕੋਲ ਖਲੋਣਾ, ਕਿਉਂਕਿ ਗਰੀਬੀ ਹੈ ਨਾ। ਤੇ ਮੂਰਖ ਜਿਹੜਾ ਹੈ, ਦੌਲਤਮੰਦ ਹੋਵੇ, ਉਹਨੂੰ ਐਵੇਂ ਹੀ ਸੰਸਾਰ ਝੋਕ ਕੇ ਸਲਾਮਾਂ ਕਰੀ ਜਾਂਦਾ, ਗਰਜ ਦਾ ਮਾਰਿਆ ਵੀ ਕਿਤੇ ਇਹਦੇ ਤੋਂ ਗਰਜ ਪੈ ਸਕਦੀ ਹੈ, ਇਸ ਕਰਕੇ ਉਹਨੂੰ ਵਿਦਵਾਨ ਮੰਨਿਆ ਜਾਂਦਾ। ਉਹਨੂੰ ਤਾਂ ਸਾਡੇ ਵਰਗੇ ਲੋਕ ਜਿਹੜੇ ਨੇ ਉਹ ਪਰੇ ਪੰਚਾਇਤ ਵਿੱਚ ਐਵੇਂ ਹੀ ਸਰਪੰਚ ਬਣਾ ਲੈਂਦੇ, ਪੈਸਾ ਹੈ, ਦੌਲਤ ਹੈ, ਉਹ ਲੀਡਰ ਵੀ ਬਣ ਜਾਂਦੇ ਨੇ, ਤਕੜੀਆਂ ਪੋਸਟਾਂ ਤੇ ਉਹ ਬਿਠਾ ਲੈ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਵਰਤਣਾ ਹੁੰਦਾ। ਉਹਨਾਂ ਕੋਲ ਬਾਕੀ ਤਾਂ ਭੁੱਖ ਕੋਈ ਨਹੀਂ ਹੁੰਦੀ, ਸਨਮਾਨ ਦੀ ਭੁੱਖ ਹੁੰਦੀ ਹੈ, ਉਹ ਪੂਰੀ ਹੋ ਜਾਂਦੀ ਹੈ, ਲੋਕਾਂ ਦੀਆਂ ਬਾਕੀ ਭੁੱਖਾਂ ਪੂਰੀਆਂ ਹੋ ਜਾਂਦੀਆਂ ਨੇ। ਇਸ ਤਰ੍ਹਾਂ ਚੱਲਦਾ, ਇੱਕ ਪੂਰਾ ਸਿਸਟਮ ਕ੍ਰੀਏਟ ਹੋ ਜਾਂਦਾ। ਇਕਨਾ ਆਟਾ ਅਗਲਾ, ਇਕਨਾ ਕੋਲ ਬਹੁਤ ਕੁਝ ਹੈ, ਯਾਨੀ ਕਿ ਧਨ ਪਦਾਰਥ ਬਹੁਤ ਹੈ। ਇਕਨਾ ਨਾ ਹੀ ਲੋਣ, ਇਕਨਾ ਕੋਲ ਇੰਨਾ ਵੀ ਨਹੀਂ ਜਿਵੇਂ ਆਟੇ 'ਚ ਲੂਣ ਦੇ ਬਰਾਬਰ। ਭਾਵ ਕਈ ਐਸੇ ਨੇ ਜਿਹੜੇ ਥੋੜਾਂ 'ਚ ਜੀਂਦੇ ਨੇ, ਕਈ ਐਸੇ ਨੇ ਜਿਨ੍ਹਾਂ ਦੇ ਕੋਲ ਮੁੱਕਦਾ ਹੀ ਕੱਖ ਨਹੀਂ। ਯਾਨੀ ਕਿ ਅਮੀਰੀ ਗਰੀਬੀ ਦੇ ਬੜੇ ਵੱਡੇ ਪਾੜੇ ਨੇ ਸਮਾਜ ਵਿੱਚ। ਇੱਕ ਦੌਲਤਮੰਦ ਹੈ, ਇੱਕ ਗਰੀਬ ਹੈ। ਫਿਰ ਅੱਗੇ ਆਖਦੇ ਨੇ, ਅੱਗੇ ਗਏ ਸਿੰਝਾਪ ਸਨ ਚੋਟਾਂ ਖਾਸੀ ਕੌਣ। ਤੁਸੀਂ ਕਿਸੇ ਕੋਲ ਪਦਾਰਥ ਬਹੁਤੇ ਹੋਣ ਕਰਕੇ ਇਹ ਨਹੀਂ ਕਹਿ ਸਕਦੇ ਇਸ ਬੰਦੇ ਨੇ ਸਾਰੇ ਸੁੱਖ ਹਾਸਲ ਕਰ ਲਏ। ਜਿਹਦੇ ਕੋਲ ਥੋੜਾ, ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਬੰਦਾ ਨਰਕ ਭੋਗ ਰਿਹਾ, ਦੁਖੀ ਹੈ। ਹਾਂ, ਉਹਦੇ ਕੋਲ ਸਹੂਲਤਾਂ ਦੀ ਘਾਟ ਹੋ ਸਕਦੀ, ਉਦੋਂ ਜੱਦੋ ਜਹਿਦ ਔਖੀ ਹੋ ਸਕਦੀ ਹੈ ਜ਼ਿੰਦਗੀ ਦੀ, ਪਰ ਐਸਾ ਨਹੀਂ ਵੀ ਉਹ ਖੁਸ਼ ਨਹੀਂ ਹੁੰਦਾ। ਐਸੇ ਲੋਕ ਵੇਖੇ ਗਏ, ਸਾਡੇ ਡਾਈਨਿੰਗ ਟੇਬਲ ਭਰੇ ਹੋਣ ਨਾ ਕਈ ਰਾਂ, ਤੇ ਇਕੱਲਾ ਬੰਦਾ ਬੈਠਾ ਹੁੰਦਾ, ਬਾਕੀ ਕਿੱਥੇ ਨੇ, ਉਹ ਬਹਿੰਦੇ ਨਹੀਂ। ਸਹੂਲਤ ਜਿੰਨੀ ਵੱਧ ਗਈ ਨਾ, ਉਹਨਾਂ ਟੇਸਟ ਜ਼ਿੰਦਗੀ, ਹਰ ਚੀਜ਼ ਦਾ ਸਵਾਦ ਘਟ। ਐਸਾ ਵੀ ਵਾਪਰਦਾ ਕਈ ਵਾਰ। ਇੱਕ ਉਹ ਨੇ ਜਿਨ੍ਹਾਂ ਦੇ ਘਰੇ ਰੁੱਖਾ ਬਣਦਾ ਹੈ, ਤੇ ਕਿਤੇ ਮਹੀਨੇ ਬਾਅਦ ਘਰ 'ਚ ਮਿੱਠਾ ਬਣ ਜਾਏ ਤੇ ਉਹ ਸਾਰਾ ਟੱਬਰ ਇਉਂ ਖਾਂਦਾ ਹੈ ਬਹਿ ਕੇ, ਇਵੇਂ ਲੱਗਦਾ ਸਾਰੀ ਦੁਨੀਆ ਦੀ ਖੁਸ਼ੀ ਇਹਨਾਂ ਦੇ ਪੱਲੇ ਹੈ। ਉਹ ਜਿਹੜੇ ਮਹਿਲਾਂ 'ਚ ਬੈਠੇ ਕੱਲੇ ਉਹਨਾਂ ਨੂੰ ਪਤਾ ਹੀ ਨਹੀਂ ਕੌਣ ਕਦੋਂ ਆਇਆ, ਕਦੋਂ ਗਿਆ, ਕਿੱਥੇ ਆਇਆ, ਕਿਹਨੂੰ ਤਕਲੀਫ ਹੈ, ਕਿਹਨੂੰ ਖੁਸ਼ੀ ਹੈ। ਬਸ ਉਹ ਐਸੇ ਵੀ ਮਨੁੱਖ ਵੇਖੇ ਗਏ ਜਿਹੜੇ ਮਨੁੱਖ ਦੇ ਨਾਲ ਤਾਂ ਅਟੈਚਮੈਂਟ ਨਹੀਂ ਰੱਖ ਸਕੇ ਕਿਸੇ ਨਾਲ, ਫੈਮਿਲੀ ਨਾਲ। ਇਸ ਕਰਕੇ ਉਹਨਾਂ ਨੂੰ ਹੋਰ ਜੀਵ ਜੰਤੂ ਪਾਲਣ, ਬਿੱਲੀਆਂ ਪਾਲਣੀਆਂ ਪਈਆਂ, ਕੁੱਤੇ ਪਾਲਣੇ ਪਏ, ਹੋਰ ਟੋਏ ਰੱਖ ਕੇ ਨਾਲ ਸੌਣਾ ਪਿਆ। ਤੁਸੀਂ ਜ਼ਿੰਦਗੀ ਵੇਖੋ ਬੰਦੇ ਦੀ, ਮਾੜੀ ਗੱਲ ਨਹੀਂ ਜੀਵਾਂ ਨਾਲ ਪਿਆਰ ਕਰਨਾ, ਪਰ ਜਿਹੜੀ ਘਾਟ ਇਨਸਾਨ ਪਰਿਵਾਰ ਦੀ ਸੀ, ਰਿਸ਼ਤਿਆਂ ਦੀ ਸੀ, ਉਹ ਵੀ ਜੇ ਉਹ ਉੱਥੋਂ ਪੂਰੀ ਕਰ ਰਹੇ ਨੇ ਤੇ ਕਿਤੇ ਖਲਾ ਹੈ ਜੀਵਨ 'ਚ, ਮੁਸ਼ਕਿਲ ਹੈ ਜ਼ਿੰਦਗੀ 'ਚ। ਤੇ ਕਹਿੰਦੇ ਨੇ ਅੱਗੇ ਗਏ ਸਿੰਝਾਪ ਸਨ, ਉਹ ਤਾਂ ਭਵਿੱਖ ਦੱਸੇਗਾ, ਅਗੇਰਾ ਪਾਸਾ ਦੱਸੇਗਾ, ਸਮਝਾਣੇ ਜਾਣਗੇ ਚੋਟਾਂ ਖਾਸੀ ਕੌਣ। ਪੀਣਾ ਚੋਟਾਂ ਕਿਹੜਾ ਖਾਂਦਾ ਹੈ। ਦੁੱਖ ਕਿਸੇ ਦੇ ਜੀਵਨ 'ਚ ਵੀ ਹੋ ਸਕਦਾ ਹੈ, ਖੁਸ਼ੀ ਕਿਸੇ ਦੇ ਜੀਵਨ 'ਚ ਵੀ ਹੋ ਸਕਦੀ ਹੈ। ਖੁਸ਼ੀ ਤੇ ਦੁੱਖ ਦਾ ਮਿਆਰ ਦੌਲਤ ਨਹੀਂ ਹੋ ਸਕਦੀ, ਇਹ ਦੱਸਿਆ ਬਾਬਾ ਫਰੀਦ ਸਾਹਿਬ ਨੇ। ਤੋ ਅਗਲੇਰੇ ਸ਼ਲੋਕ ਵਿੱਚ ਆਖਦੇ ਨੇ, ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁਤੇ ਜੀ ਰਾਣ ਮੈਂ ਥੀਏ ਅਤੀਮਾਂ ਗੱਡ। ਕਈ ਐਸੇ ਸਨ ਜਿਨ੍ਹਾਂ ਦੇ ਧੌਂਸੇ ਵੱਜਦੇ ਸਨ। ਦਮਾਮੇ ਨਗਾਰੇ ਨੂੰ ਧੌਂਸੇ ਨੂੰ ਕਹਿੰਦੇ ਨੇ। ਬਾਦਸ਼ਾਹੀ ਚਿੰਨ੍ਹ ਹੈ ਨਗਾਰਾ ਵਜਾਉਣਾ। ਪਾਸ ਦਮਾਮੇ, ਛੱਤ ਸਿਰ, ਸਿਰ ਤੇ ਛਤਰ ਝੁਲਦੇ ਸਨ। ਭੇਰੀ ਛੱਡੋ ਰੱਡ, ਭੇਰੀ ਵੱਜਦੀ, ਨਰ ਸਿੰਘੇ ਵੱਜਦੇ ਸਨ। ਜਿੱਧਰ ਨੂੰ ਉਹਨਾਂ ਨੇ ਜਾਣਾ ਉਹਦੀ ਜਗ੍ਹਾ ਹੁਣ ਅੱਜ ਕੱਲ੍ਹ ਲੈ ਲਈ ਗੱਡੀਆਂ ਦੇ ਉੱਤੇ ਲੱਗੇ ਹੋਏ ਹੂਟਰ ਤੇ ਅਲਾਰਮ ਨੇ। ਸਾਡੇ ਮੁਲਕ ਵਿੱਚ ਕੋਈ ਸਮਾਂ ਸੀ ਜਦੋਂ ਚੰਗੀਆਂ ਸਵਾਰੀਆਂ ਤੇ ਵੱਡੇ ਲੋਕ ਅਮੀਰ ਨਿਕਲਦੇ ਸਨ, ਸਿਰ ਤੇ ਛਤਰ ਹੋਣਾ, ਨਰ ਸਿੰਘੇ ਤੇ ਧੌਂਸੇ ਵੱਜਣੇ, ਉਹਨਾਂ ਦੀ ਸ਼ਾਹੀ ਠਾਠ ਬਾਠ ਤੇ ਵੱਡਿਆਂ ਰੁਤਬਿਆਂ ਦਾ ਪ੍ਰਤੀਕ ਸੀ। ਭੇਰੀ ਛੱਡੋ, ਉੱਚੀ ਅੱਗੇ ਅੱਗੇ ਸੱਦਾ ਦੇਣਾ ਲੋਕਾਂ ਨੇ ਵੀ ਹਟ ਜਾਓ, ਫਲਾਨਾ ਆ ਰਿਹਾ। ਰੱਡ ਦਾ ਮਤਲਬ ਹੁੰਦਾ, ਰੱਡ ਇੱਕ ਛੰਦ ਹੈ ਜਿਹੜਾ ਉਸਤਤ ਵਿੱਚ ਗਾਇਆ ਜਾਂਦਾ। ਉਹਨਾਂ ਦੇ ਦਰਬਾਰ ਵਿੱਚ ਖੜੇ ਹੋਏ ਵੱਡੇ ਵੱਡੇ ਗਵਈਏ ਉਹਨਾਂ ਦੀ ਉਸਤਤ ਵਿੱਚ ਗਾਉਂਦੇ ਸਨ, ਕਸੀਦੇ ਕੱਢਦੇ ਸਨ, ਜਿਹਨੂੰ ਕਸੀਦਾ ਕੱਢਣਾ ਕਹਿੰਦੇ ਨੇ। ਪਰ ਬਾਬਾ ਫਰੀਦ ਸਾਹਿਬ ਕਹਿੰਦੇ, ਜਾਏ ਸੁੱਤੇ ਜੀ ਰਾਣ ਮੈਂ, ਅਖੀਰ ਉਹ ਵੀ ਕਬਰਾਂ 'ਚ ਜਾ ਸੁੱਤੇ।
ਜਿੰਨਾ ਚਿਰ ਕੰਟਰੋਲ ਸੀ ਨਾ ਉਹਨਾਂ ਚਿਰ ਧੌਂਸੇ ਵੀ ਵੱਜੇ, ਛੰਦ ਵੀ ਪੜ੍ਹੇ ਗਏ, ਕਸੀਦੇ ਕੱਢਣ ਵਾਲਿਆਂ ਵਾਹ ਵਾਹ ਵੀ ਕੀਤੀ, ਰਾਹ ਛੱਡਣ ਵਾਲਿਆਂ ਰਾਹ ਵੀ ਛੱਡੇ ਤੇ ਸਿਜਦੇ ਕਰਨ ਵਾਲਿਆਂ ਸਿਜਦੇ ਵੀ ਕੀਤੇ। ਸਰੀਰ ਚੋਂ ਪ੍ਰਾਣ ਨਿਕਲ ਗਏ, ਕੰਮ ਨਿਬੜ ਗਿਆ। ਜਾਏ ਸੁਤੇ ਜੀ ਰਾਣ ਮੈਂ, ਜਿਸ ਵੇਲੇ ਉਹ ਕਬਰਾਂ ਵਿੱਚ ਜਾ ਪਏ, ਜਿੱਥੇ ਕਿ ਲੰਬੀਆਂ ਤਾਣ ਕੇ ਸੌਂ ਗਏ, ਆਪਾਂ ਕਹਿ ਦਿੰਦੇ ਹਾਂ ਵੀ ਸਾਹ ਨਿਕਲ ਗਏ। ਥੀਏ ਯਤੀਮਾਂ ਗੱਡ, ਇਵੇਂ ਲੱਗਾ ਜਿਵੇਂ ਵਿਚਾਰੇ ਯਤੀਮ ਹੋਣ, ਇਹਨਾਂ ਦਾ ਕੋਈ ਅੱਗੇ ਪਿੱਛੇ ਹੁਣ ਹੈ ਹੀ ਨਹੀਂ, ਕਿਸੇ ਨੂੰ ਚੇਤਾ ਹੀ ਨਹੀਂ ਆਉਂਦਾ। ਲੋਕ ਫਿਰ ਮਸ਼ਰੂਫ ਹੋ ਗਏ, ਆਪਣੇ ਆਪਣੇ ਕੰਮ 'ਚ ਰੁੱਝ ਗਏ। ਤਖਤ ਵੀ ਵਾਂਝਾ ਨਾ ਰਿਹਾ, ਭੇਰੀਆਂ ਕਿਸੇ ਹੋਰ ਦੀ ਜ਼ੂਰੀ 'ਚ ਵੱਜਣ ਲੱਗੀਆਂ। ਛੰਦ ਗਾਉਣ ਵਾਲਿਆਂ ਨੇ ਵੇਖਿਆ ਵੀ ਇਹ ਤਾਂ ਮਰ ਮੁੱਕ, ਚਲੋ ਦੂਜੇ ਕੋਲ ਚਲੋ, ਉਹ ਉੱਥੇ ਜਾ ਪਹੁੰਚੇ। ਧੌਂਸਾ ਅਗਲਿਆਂ ਨੇ ਚੁੱਕਿਆ ਨਗਾਰਾ ਤੇ ਉਹ ਦੂਜੇ ਕੋਲ ਉਹਦੇ ਦਰਬਾਰ 'ਚ ਜਾ ਵਜਾਇਆ, ਉਹਨਾਂ ਨੂੰ ਕੀ ਫਰਕ ਪੈਂਦਾ ਸੀ। ਇਹ ਹੁਣ ਗੱਡੇ, ਕਬਰ ਵਿੱਚ ਗੱਡੇ ਹੋਏ, ਕਬਰ ਵਿੱਚ ਸੁੱਤੇ ਹੋਏ ਨੇ ਹਤੀਮਾ ਯਤੀਮਾਂ ਵਾ। ਹੁਣ ਇਹਨਾਂ ਦਾ ਕੋਈ ਸੰਸਾਰ 'ਚ ਵਾਲੀ ਵਾਰਸ ਨਹੀਂ। ਸਰੀਰ ਮਿੱਟੀ ਨੇ ਖਾ ਲਿਆ, ਕੀੜਿਆਂ ਨੇ ਖਾ ਲਿਆ। ਇਹ ਹਸ਼ਰ ਹੈ। ਮਨੁੱਖ ਜਿਨ੍ਹਾਂ ਚੀਜ਼ਾਂ ਤੇ ਮਾਣ ਕਰਦਾ ਹੈ, ਕੰਟਰੋਲ ਕਰਨ ਵਾਸਤੇ ਪਾਪ, ਜ਼ੁਲਮੋ ਸਿਤਮ ਤੇ ਹੋਰ ਕਈ ਗੁਨਾਹ ਕਰਦਾ ਹੈ, ਗੁਨਾਹੇ ਅਮਲ ਕਰਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਮਨੁੱਖ ਨੂੰ ਆਪਣੇ ਸਰੀਰ ਦਾ ਹਸ਼ਰ, ਆਪਣੇ ਜੀਵਨ ਦਾ ਹਸ਼ਰ ਜ਼ਰੂਰ ਚੇਤੇ ਵਿੱਚ ਰੱਖਣਾ ਚਾਹੀਦਾ। ਪਾਤਸ਼ਾਹ ਕਿਰਪਾ ਕਰਨ, ਅਗਲੇਰੇ ਸ਼ਲੋਕਾਂ ਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਕਰਾਂਗੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।